D for democracy. D for democracy. E for election. E for election. F for freedom. F for freedom. G for government. G for government. H for happy. H for happy. I for independence. I for independence. शहीद वही कहलाते हैं। शहीद वही कहलाते हैं। जो काम देश के आते हैं। जो काम देश के आते हैं। जान देश पर लुटावे। जान देश पर लुटावे। भारत को महकावे। भारत को महकावे। रक्त के कतरे कतरे से। रक्त के कतरे कतरे से। मास में आरस जाते हैं। मास में आरस जाते हैं। शहीद कहलाते हैं। शहीद वही कहलाते हैं। जो काम देश के आते हैं। जी जी आजो बेटा आजो। क्या करते हैं? ਜਿਹੜੀ ਵਿਦਿਆ ਹੈ ਨਾ ਇਹ ਮੇਰਾ ਮਨ ਹੈ ਕਿ ਇਹ ਸਾਰਿਆਂ ਨੂੰ ਬਰਾਬਰ ਮਿਲਣੀ ਚਾਹੀਦੀ ਹੈ। ਕੋਈ ਗਰੀਬ ਹੈ ਕੋਈ ਅਮੀਰ ਹੈ ਉਹਦਾ ਵੀ ਜੀ ਕਰਦਾ ਵੀ ਅਸੀਂ ਗਿਆਨ ਲਈਏ। ਉਹ ਹਨੇਰੇ 'ਚ ਹੀ ਜ਼ਿੰਦਗੀ ਜੀ ਕੇ ਚਲੇ ਜਾਂਦੇ ਨੇ। ਸਭਾ ਹੈ ਸਵੇਰ ਦੀ ਚੰਗੇ ਬੱਚੇ ਬਣਨ ਲਈ ਸਾਨੂੰ ਇਹ ਪ੍ਰੇਰਦੀ ਕਤਾਰਾਂ ਬਣ ਪਹਿਲਾਂ ਇੱਕ ਦੂਜੇ ਪਿੱਛੇ ਖੜੀ ਦਾ ਦੇਸ਼ ਦੇ ਪਿਆਰ ਵਾਲਾ ਗੀਤ ਫੇਰ ਪੜੀ ਦਾ D for democracy, E for election, F for freedom. ਬਿਲਕੁਲ ਆ ਬੱਚਾ ਬਹੁਤ ਅੱਛਾ ਬੋਲ ਰਿਹਾ ਮੈਮ। ਡੀ ਫॉर ਡੈਮੋਕ੍ਰੇਸੀ ਕਹਿ ਰਹੇ ਨੇ। ਸੰਵਿਧਾਨ ਸਾਨੂੰ ਪੜ੍ਹਨ ਦਾ ਅਧਿਕਾਰ ਦਿੰਦਾ ਹੈ ਪਰ ਹਕੀਕਤ ਇਹ ਹੈ ਇਹਨਾਂ ਦੇ ਵਿੱਚੋਂ 70-80 ਬੱਚੇ ਐਸੇ ਨੇ ਜਿਹੜੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੂੜਿਆਂ ਦੇ ਪਹਾੜ ਹੈ ਉਹਨਾਂ ਦੇ ਖੇਡਦੇ ਸੀਗੇ। ਤੇ ਇਸ ਏਰੀਆ 'ਚ ਪੜ੍ਹਾਉਣਾ ਨਾ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਸੀ ਕਿ ਬਰਸਾਤਾਂ 'ਚ ਇੱਥੇ ਆ ਕੇ ਤੁਸੀਂ ਖੜ ਨਹੀਂ ਸਕਦੇ, ਇੰਨੀ ਬਦਬੂ ਉਸ ਕੂੜੇ ਤੋਂ ਆਉਂਦੀ ਹੈ। ਤੇ ਪਰ ਮੇਰੇ ਭਾਜੀ ਨੇ ਮੈਨੂੰ ਇਹ ਟਾਰਗੇਟ ਦਿੱਤਾ ਕਿ ਹਰਪ੍ਰੀਤ ਜਿਹਨੇ ਇੱਥੇ ਆ ਕੇ ਸੇਵਾ ਕਰ ਲਈ ਨਾ ਉਹਨੇ ਸਭ ਕੁਝ ਪਾ ਲਿਆ। ਦਿਖਾਣ ਵੀ ਲੈ ਕੇ ਗਏ ਥੀਏਟਰ 'ਚ ਸੂਰਮਾ ਦਿਖਾਈ ਅਸੀਂ। ਬੱਚੇ ਟੀਵੀ ਦੇਖ ਕੇ ਹੈਂਗ ਹੀ ਹੋ ਗਏ। ਕਹਿੰਦੇ ਮੈਡਮ ਇਤਨਾ ਬੜਾ ਟੀਵੀ। ਨਿਊਡਲ ਦਿਖਾਏ ਤੇ ਕਹਿਣ ਮੈਮ ਇਸਕੋ ਕੈਸੇ ਖਾਣਾ ਹੈ। ਜਿਹੜੀਆਂ ਸਾਡੇ ਲਈ ਆਮ ਚੀਜ਼ਾਂ ਇਹਨਾਂ ਲਈ ਬੜੀਆਂ ਖਾਸ ਨੇ। ਤੇ ਅਸੀਂ ਏਡਾ ਵੱਡਾ ਗੈਪ ਬਣਾਇਆ ਹੋਇਆ ਇਹਨਾਂ ਬੱਚਿਆਂ ਨੂੰ ਅਸੀਂ ਕੁਝ ਹੋਰ ਹੀ ਸਮਝਦੇ ਹਾਂ। ਤੁਸੀਂ ਬੱਚੇ ਕੀ मैं भी पढ़ लिख कर इन मेरे जैसे बच्चे को मैं भी पढ़ाऊंगी, विद्या दूंगी। ਸਤਿ ਸ਼੍ਰੀ ਅਕਾਲ। ਤੁਸੀਂ ਜੁੜ ਚੁੱਕੇ ਹੋ ਅੱਖਰ ਦੇ ਨਾਲ ਤੇ ਅੱਜ ਅਸੀਂ ਇੱਕ ਬਹੁਤ ਖਾਸ ਥਾਂ ਦੇ ਉੱਤੇ ਮੌਜੂਦ ਹਾਂ। ਜਿਨ੍ਹਾਂ ਤੱਕ ਅੱਖਰ ਨਹੀਂ ਸੀ ਪਹੁੰਚ ਪਾਉਂਦੇ ਉਹਨਾਂ ਤੱਕ ਵੀ ਅੱਖਰ ਪਹੁੰਚ ਰਹੇ ਨੇ। ਜਿਸ ਤੱਕ ਵਿੱਦਿਆ ਨਹੀਂ ਸੀ ਪਹੁੰਚ ਰਹੀ ਉਸ ਤੱਕ ਵੀ ਵਿੱਦਿਆ ਪਹੁੰਚ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਹ ਬੱਚੇ ਉਹ ਨੇ ਜਿਹੜੇ ਕਿਸੇ ਹਾਲਾਤਾਂ ਕਰਕੇ ਨਹੀਂ ਸੀ ਪੜ੍ਹ ਪਾ ਰਹੇ। ਲੁਧਿਆਣੇ ਮੌਜੂਦਾ ਸੀ ਤਾਂ ਹਰਪ੍ਰੀਤ ਨੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਚਲਾਇਆ ਹੈ। ਕਰੀਬ 1200 ਦੇ ਕਰੀਬ ਬੱਚੇ ਤੁਹਾਡੇ ਕੋਲੇ ਪੜ੍ਹ ਰਹੇ। ਹਰਪ੍ਰੀਤ ਸਤਿ ਸ਼੍ਰੀ ਅਕਾਲ। ਅੱਖਰ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਪ੍ਰੀਤ ਕਿਵੇਂ ਆਇਆ ਮਨ ਦੇ ਵਿੱਚ ਕਿਉਂਕਿ ਬਹੁਤ ਦੇਖ ਕੇ ਅੱਛਾ ਲੱਗ ਰਿਹਾ ਹੈਗਾ ਕਿ ਜਿਹਨਾਂ ਬੱਚਿਆਂ ਤੱਕ ਐਜੂਕੇਸ਼ਨ ਨਹੀਂ ਸੀ ਪਹੁੰਚ ਰਹੀ ਉਹਨਾਂ ਤੱਕ ਪਹੁੰਚ ਰਹੀ ਤੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਵੀ ਦੇਖ ਰਹੇ ਹਾਂ ਅਸੀਂ। ਜਿਹੜੀ ਵਿਦਿਆ ਹੈ ਨਾ ਇਹ ਮੇਰਾ ਮਨ ਹੈ ਕਿ ਇਹ ਸਾਰਿਆਂ ਨੂੰ
ਬਰਾਬਰ ਮਿਲਣੀ ਚਾਹੀਦੀ ਹੈ। ਕੋਈ ਗਰੀਬ ਹੈ, ਕੋਈ ਅਮੀਰ ਹੈ, ਉਹਦਾ ਵੀ ਜੀ ਕਰਦਾ ਵੀ ਅਸੀਂ ਗਿਆਨ ਲਈਏ। ਉਹ ਹਨੇਰੇ 'ਚ ਹੀ ਜ਼ਿੰਦਗੀ ਜੀ ਕੇ ਚਲੇ ਜਾਂਦੇ ਨੇ। ਤੇ ਇਹਦੀ ਸਾਨੂੰ ਸਿੱਖਿਆ, ਕਿਉਂਕਿ ਮੈਂ ਆਪਣੀ ਪੜ੍ਹਾਈ ਬੜੇ ਔਖੇ ਹਾਲਾਤਾਂ 'ਚ ਕੀਤੀ ਤੇ ਮੈਨੂੰ ਜੀ ਕਰਦਾ ਸੀ ਕਿ ਮੈਂ ਹੋਰ ਬੜਾ, ਮੈਂ IAS ਆਫੀਸਰ ਬਣਾ, ਪਰ ਮੈਨੂੰ ਆਪਣੀ ਗਰੀਬੀ ਕਰਕੇ ਮੈਂ ਆਪਣੀਆਂ ਉਹ ਚੀਜ਼ਾਂ ਪੂਰੀਆਂ ਨਹੀਂ ਕਰ ਸਕੀ। ਅਸੀਂ ਘਰਾਂ ਦੇ ਵਿੱਚ ਪਹਿਲਾਂ ਗਰੀਬ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਫਿਰ ਇੱਕ ਖੁਸ਼ੀ ਲੈਣ ਦੀ ਜਿਹੜੀ ਲਾਲਚ ਹੈ ਉਹ ਮੇਰੇ ਵਿੱਚ ਆਈ ਕਿ ਮੈਨੂੰ ਇਹਦੇ ਨਾਲ ਕਿੰਨੇ ਬੱਚਿਆਂ ਦੀ ਖੁਸ਼ੀ ਮਿਲਦੀ ਹੈ। ਤੇ ਇੱਕ ਇਹ ਸੇਵਾ ਮੇਰੀ ਠਾਕੁਰ ਜੀ ਨੇ ਪਹਿਲਾਂ ਆਪ ਲਾਈ ਸੀ ਵੀ ਇਸ ਗਰੀਬ ਬੱਚੇ ਨੂੰ ਤੂੰ ਪੜ੍ਹਾਉਣਾ ਆ। ਉਹਦੇ ਤੋਂ ਇੱਕ ਬੀਜ ਪਿਆ ਤੇ ਉਹ ਬੂਟਾ ਬਣਿਆ। ਮੈਂ ਝੁੱਗੀਆਂ ਦੇ ਵਿੱਚ ਆ ਕੇ ਪੜ੍ਹਾਉਣਾ ਸ਼ੁਰੂ ਕੀਤਾ। ਇੱਕ ਕਲਾਸ ਦੇ ਵਿੱਚ ਜਦੋਂ ਮੇਰੇ ਨਾਲ ਹੋਰ ਕੁੜੀਆਂ ਜੁੜੀਆਂ, ਇਹ ਕੁੜੀਆਂ ਵੀ ਇਸ ਤਰ੍ਹਾਂ ਜਿਨ੍ਹਾਂ ਦੇ ਮਾਤਾ ਪਿਤਾ ਉਹਨਾਂ ਨੂੰ ਹਾਇਰ ਸਟੱਡੀ ਨਹੀਂ ਕਰਵਾ ਸਕਦੇ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਜੋ ਬਣਨਾ ਹੈ ਉਹ ਮੈਂ ਕਰਾਂਗੀ। ਮੈਂ ਇਹਨਾਂ ਦਾ ਜਿੰਮਾ ਚੁੱਕਿਆ ਕਿ ਮੈਂ ਤੁਹਾਨੂੰ ਡਾਕਟਰ, ਇੰਜੀਨੀਅਰ, IAS ਜੋ ਤੁਹਾਡਾ ਮਨ ਹੈ, ਮੇਰੀ ਤਰ੍ਹਾਂ ਤੁਹਾਡੇ ਸੁਪਨੇ ਨਾ ਮਰਨ, ਤੁਹਾਨੂੰ ਮੈਂ ਉਹ ਬਣਾਉਂਗੀ। ਤੁਸੀਂ 2 ਘੰਟੇ ਮੇਰੀਆਂ ਕਲਾਸਾਂ 'ਚ ਪੜ੍ਹਾਉਣ ਆਓ। ਇਸ ਤਰ੍ਹਾਂ ਕਰਦੇ ਕਰਦੇ ਇੱਕ ਕਲਾਸ ਤੋਂ ਫਿਰ ਮੈਂ ਦੂਜੀਆਂ ਝੁੱਗੀਆਂ 'ਚ ਗਈ, ਤੀਜੀਆਂ 3 ਝੁੱਗੀਆਂ 'ਚ, 2 ਪਿੰਡਾਂ 'ਚ, ਇੱਕ ਇੱਧਰ ਭਾਮੀਆਂ ਮੁਹੱਲੇ ਦੇ ਵਿੱਚ। ਅਸੀਂ ਹਰ ਲੋੜਵੰਦ ਇਲਾਕੇ 'ਚ ਜਾਂਦੇ ਹਾਂ ਜਿੱਥੋਂ ਦੇ ਮਾਤਾ ਪਿਤਾ ਕਹਿੰਦੇ ਵੀ ਸਾਡੇ ਕੋਲ ਟਿਊਸ਼ਨਾਂ ਨਹੀਂ ਪੜ੍ਹਾ ਹੁੰਦੀਆਂ। ਹੁਣ ਤਾਂ ਕਰੋਨਾ ਤੋਂ ਬਾਅਦ ਤਾਂ ਇੰਨੀ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਕਿ ਬੱਚੇ ਐਡਮਿਸ਼ਨ ਨਹੀਂ ਹੋਈ ਕਿਸੇ ਦੀ ਵੀ। ਸਾਰਿਆਂ ਦੇ ਪੇਰੈਂਟਸ ਕਹਿ ਰਹੇ ਵੀ ਸਾਡੇ ਬੱਚੇ 2 ਸਾਲ 'ਚ ਸਾਰਾ ਕੁਝ ਭੁੱਲ ਗਏ। ਤੇ ਮੈਂ ਇਹਨਾਂ ਨੂੰ ਪਿਛਲੇ 15 ਦਿਨਾਂ ਤੋਂ ਕਲਾਸ ਸ਼ੁਰੂ ਕੀਤੀ ਹੈ। ਬਾਕੀ 2 ਮਹੀਨੇ ਤੋਂ ਮੈਂ ਸ਼ੁਰੂ ਕਰਤੀਆਂ ਸੀ। ਆਪਣੀਆਂ 7 ਕਲਾਸਾਂ ਮੈਂ ਐਕਟਿਵ ਕਰਤੀਆਂ। ਕੁੜੀਆਂ ਵੀ ਆ ਰਹੀਆਂ। 1200 ਬੱਚਾ ਰੋਜ਼ ਮੁਫਤ ਵਿੱਦਿਆ ਲੈ ਰਿਹਾ। ਕੀ ਕੁਝ ਪੜਾਉਂਦੇ ਹੋ ਫਿਰ ਇਹਨਾਂ ਨੂੰ? ਇਹਨਾਂ ਨੂੰ ਅਸੀਂ ਅਸਲ 'ਚ ਨਾ ਇਹਨਾਂ ਨੂੰ ਅਸੀਂ ਪਰਪੱਕ ਕਰ ਰਹੇ ਹਾਂ। ਇਹਨਾਂ ਨੂੰ ਨਾ ਅੰਦਰੋਂ ਮਜ਼ਬੂਤ ਬਣਾਉਂਦੇ ਹਾਂ। ਜੇ ਇਹ ਜਿਸ ਧਰਮ 'ਚ ਨੇ ਪਹਿਲਾਂ ਉਹਦੇ 'ਚ ਮਜ਼ਬੂਤ ਰਹਿਣ। ਇਹਨਾਂ ਨੂੰ ਧਰਮ ਪਰਿਵਰਤਨ ਤੋਂ ਵੀ ਬਚਾਉਂਦੇ ਹਾਂ। ਫਿਰ ਇਹਨਾਂ ਨੂੰ ਅਸੀਂ ਇਹ ਸਮਝੋ ਵੀ ਜੇ ਹਿੰਦੂ ਹੈ ਤੇ ਅਸੀਂ ਪੱਕੇ ਹਿੰਦੂ ਬਣਾ ਰਹੇ ਹਾਂ। ਤੇ ਮਤਲਬ ਬੱਚੇ, ਚਲੋ ਧਰਮ ਵਾਲੀ ਗੱਲ ਤਾਂ ਹੈ ਹੀ, ਜਿਹੜੀ ਐਜੂਕੇਸ਼ਨ ਆਪਾਂ ਨੂੰ ਚਾਹੀਦੀ ਹੈਗੀ ਉਹ ਕੀ ਸਿਖਾ ਰਹੇ ਹੋ? ਅਸੀਂ ਇਹਨਾਂ ਨੂੰ ਹਰ ਇੱਕ ਭਾਸ਼ਾ ਲਿਖਣੀ ਪੜ੍ਹਨੀ। ਜਿਹੜੇ ਝੁੱਗੀਆਂ 'ਚ ਬੱਚੇ ਬਿਲਕੁਲ ਨਹੀਂ ਵਿੱਦਿਆ ਦੇ ਨੇੜੇ, ਉਹਨਾਂ ਨੂੰ ਅਸੀਂ ਉਹਨਾਂ ਦੇ ਪੱਧਰ ਤੇ 4ਵੀਂ 5ਵੀਂ ਤੱਕ ਪੜ੍ਹਾ ਕੇ ਉਹਨਾਂ ਦੀ ਉਮਰ ਤੱਕ ਲੈ ਜਾ ਕੇ ਫਿਰ ਸਕੂਲਾਂ 'ਚ ਐਡਮਿਸ਼ਨ ਦਿਵਾ ਕੇ ਸਕੂਲਾਂ ਤੱਕ ਪਹੁੰਚਾ ਰਹੇ ਹਾਂ। ਇਹ ਕੰਮ ਕਰ ਰਹੇ ਹਾਂ ਵੀ ਜੇ ਬੱਚਾ 10 ਸਾਲ ਦਾ ਹੋ ਗਿਆ ਨਾ, ਉਹਨੂੰ 1 ਸਾਲ 1.5 ਸਾਲ ਮਿਹਨਤ ਕਰਕੇ ਪੂਰੀ ਉਹਦੇ ਤੇ ਵੀ ਉਹ ਆਪਣੀ 4ਵੀਂ 5ਵੀਂ ਤੱਕ ਪਹੁੰਚ ਜੇ। ਫਿਰ ਉਹਦਾ ਅਸੀਂ ਸਕੂਲ 'ਚ ਟੈਸਟ ਦਿਵਾਉਂਦੇ ਹਾਂ ਤੇ ਉਹਨੂੰ ਸਕੂਲਾਂ ਤੱਕ ਪਹੁੰਚਾਉਂਦੇ ਹਾਂ। ਹਿੰਦੀ, ਪੰਜਾਬੀ, ਇੰਗਲਿਸ਼, ਮੈਥ ਮੋਸਟਲੀ ਅਸੀਂ ਇਹਨਾਂ ਨੂੰ ਔਰਲ ਕਰਾ ਦਿੰਦੇ ਹਾਂ। ਜੇ SST ਹੈ, ਇਹ ਸਾਡੇ ਪਲੈਨਟਸ ਨੇ, ਇਹਨਾਂ ਨੂੰ ਅਸੀਂ ਸਾਰਾ ਇੱਕ ਪ੍ਰੋਜੈਕਟ ਬਣਾ ਕੇ ਕਿ ਇਹਨਾਂ ਦੇ ਦਿਮਾਗ 'ਚ ਹਰ ਇੱਕ ਚੀਜ਼ ਪੈ ਜੇ। 5 ਸਾਲ ਦੀ ਪੜ੍ਹਾਈ 6 ਸਾਲ ਦੀ ਜਿਹੜੀ ਰਹਿ ਗਈ ਹੈ ਉਹ 1.5 ਸਾਲ 'ਚ ਕਵਰ ਕਰਵਾਉਂਦੇ ਅਸੀਂ, ਤਾਂ ਕਿ ਇਹ ਬੱਚੇ। ਅੱਛਾ, ਇੱਕ ਚੀਜ਼ ਨੂੰ ਲੈ ਕੇ ਲੋਕ ਕਾਫੀ ਚਿੰਤਤ ਸੀਗੇ ਕਿ ਸਾਡੀ ਨਵੀਂ ਪਨੀਰੀ ਜਿਹੜੀ ਹੈਗੀ ਮਾਂ ਬੋਲੀ ਨਹੀਂ ਸਿੱਖ ਪਾ ਰਹੀ। ਹਾਲਾਂਕਿ ਮਾਂ ਬੋਲੀ ਨੇ ਜਿੱਥੇ ਥਾਂ ਲੈਣੀ ਹੈ ਉੱਥੇ ਆਪ ਹੀ ਬਣਾ ਲੈਣੀ। ਮੈਂ ਦੇਖ ਰਿਹਾ ਸੀ ਬੇਸ਼ੱਕ ਇਹ ਹੋਰਾਂ ਪ੍ਰਦੇਸ਼ਾਂ ਤੋਂ, ਸੂਬਿਆਂ ਤੋਂ ਆਏ ਬੱਚੇ ਨੇ, ਊੜਾ ਬੜਾ ਅੱਛਾ ਲਿਖਦੇ ਪਏ। ਮਾਂ ਬੋਲੀ, ਮਾਂ ਸਾਡੀ ਆਪਣੀ ਬੋਲੀ ਪੰਜਾਬੀ, ਉਹਦੇ ਨਾਲ ਤਾਂ ਅਸੀਂ ਇਹਨਾਂ 'ਚ ਸਵੈ ਮਾਣ ਲਿਆ ਰਹੇ ਸੀ। ਕੁਝ ਪੰਜਾਬੀ ਬੱਚੇ ਨੇ, ਕੁਝ ਦੂਜੇ ਨੇ, ਕਿ ਆਪਣੀ ਬੋਲੀ ਸਾਡੀ ਆਪਣੀ ਹੈ। ਭਾਸ਼ਾਵਾਂ ਜਿੰਨੀਆਂ ਮਰਜ਼ੀ ਸਿੱਖੋ, ਪਰ ਆਪਣੀ ਬੋਲੀ ਨਾਲ ਪਿਆਰ ਹੋਣਾ ਚਾਹੀਦਾ, ਆਪਣੇ ਦੇਸ਼ ਨਾਲ ਪਿਆਰ ਹੋਣਾ ਚਾਹੀਦਾ, ਆਪਣੇ ਹਰ ਇੱਕ ਚੀਜ਼ ਨਾਲ, ਆਪਣੇ ਏਰੀਏ ਨਾਲ, ਆਪਣੇ ਸ਼ਹਿਰ ਨਾਲ। ਬਿਲਕੁਲ, ਆਪਣੇ ਹਰ ਚੀਜ਼ ਨਾਲ ਪਿਆਰ ਨਾਲ ਬੱਚਿਆਂ ਨਾਲ ਵੀ ਗੱਲ ਕਰਦੇ। ਦੇਖੋ ਕਿੰਨਾ ਅੱਛਾ ਲਿਖ ਰਿਹਾ ਇਹ, ਐਪਲ ਯਾਨੀ ਕਿ ਸੇਬ। ਬੱਚੇ ਕੀ ਨਾਂ ਤੁਹਾਡਾ? सर रुपेश। ਹਾਂਜੀ सर रुपेश। रुपेश, क्या सुनाओगे? ਤੁਹਾਨੂੰ ਬਹੁਤ ਲੋਕ ਦੇਖ ਰਹੇ ਨੇ, ਕੀ ਸੁਣਾਓਗੇ? सर कविता। ਕੈਮਰੇ ਵੱਲ ਦੇਖ ਕੇ ਥੋੜਾ ਉੱਚੀ ਆਵਾਜ਼ 'ਚ ਹੈ सर कविता। ਸੁਣਾਓ। ਸਭਾ ਹੈ ਸਵੇਰ ਦੀ, ਸਭਾ ਹੈ ਸਵੇਰ ਦੀ, ਚੰਗੇ ਬੱਚੇ ਬਣਨ ਲਈ ਸਾਨੂੰ ਇਹ ਪ੍ਰੇਰਦੀ। ਕਤਾਰਾਂ ਬਣ ਪਹਿਲਾਂ ਇੱਕ ਦੂਜੇ ਪਿੱਛੇ ਖੜੀਦਾ, ਦੇਸ਼ ਦੇ ਪਿਆਰ ਵਾਲਾ ਗੀਤ ਫੇਰ ਪੜੀਦਾ। ਭਾਰਤ ਮਾਤਾ ਦੀ ਜੈ ਬੋਲ ਮੂੰਹ ਘੇਰਦੀ, ਸਭਾ ਹੈ ਸਵੇਰ ਦੀ। ਅਧਿਆਪਿਕਾ ਸਾਨੂੰ ਦਿਨਾਂ ਤੇ ਤਿਉਹਾਰਾਂ ਬਾਰੇ ਦੱਸ ਦਿਓ, ਸੱਚੇ ਸੱਚੇ ਉੱਚੀਆਂ ਵਿਚਾਰਾਂ ਬਾਰੇ ਦੱਸ ਦੇ। ਸਰ ਇੰਨੀ ਸੀ। ਬਹੁਤ ਵਧੀਆ, ਸ਼ਾਬਾਸ਼। ਅਧਿਆਪਕ ਤੁਹਾਨੂੰ ਸਿਖਾ ਰਹੇ ਨੇ। ਆਹ ਬੱਚਾ ਵੀ ਬਹੁਤ ਅੱਛਾ ਲਿਖ ਰਿਹਾ। ਬੱਚੇ ਕੀ ਨਾਮ ਤੁਹਾਡਾ? ਬਹੁਤ ਵਧੀਆ ਲੱਗ ਰਿਹਾ ਸੀ ਤੁਸੀਂ ਪੜ੍ਹ ਰਹੇ ਹੋ, ਪਰ ਫਿਰ ਵੀ ਸਾਨੂੰ 1 ਮਿੰਟ। मधु कुमारी। ਮਧੂ ਕੀ ਸੁਣਾਓਗੇ? ABC ਸੁਣਾ ਦਿਓ। A for admission, B for ballot box, C for constitution, D for democracy, E for election, F for freedom, G for। ਬਿਲਕੁਲ, ਆ ਬੱਚਾ ਬਹੁਤ ਅੱਛਾ ਬੋਲ ਰਿਹਾ ਮੈਮ। D ਫॉर ਡੈਮੋਕ੍ਰੇਸੀ ਕਹਿ ਰਹੇ ਨੇ। ਸੰਵਿਧਾਨ ਸਾਨੂੰ ਪੜ੍ਹਨ ਦਾ ਅਧਿਕਾਰ ਦਿੰਦਾ ਹੈ, ਪਰ ਹਕੀਕਤ ਇਹ ਹੈ
ਇਹਨਾਂ ਤੱਕ ਤਾਂ ਸਰਕਾਰ ਵੱਲੋਂ ਇਹ ਚੀਜ਼ਾਂ ਪਹੁੰਚ ਹੀ ਨਹੀਂ ਰਹੀਆਂ, ਤੁਹਾਨੂੰ ਇਕੱਠਿਆਂ ਕਰਨਾ ਪੈ ਰਿਹਾ। ਬਿਲਕੁਲ, ਇਹਨਾਂ ਦੇ ਵਿੱਚੋਂ 70-80 ਬੱਚੇ ਐਸੇ ਨੇ ਜਿਹੜੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੂੜਿਆਂ ਦੇ ਪਹਾੜ ਹੈ ਉਹਨਾਂ ਤੇ ਖੇਡਦੇ ਸੀਗੇ। ਤੇ ਇਸ ਏਰੀਆ 'ਚ ਬਣਾਉਣਾ ਨਾ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਸੀ ਕਿ ਬਰਸਾਤਾਂ 'ਚ ਇੱਥੇ ਆ ਕੇ ਤੁਸੀਂ ਖੜ ਨਹੀਂ ਸਕਦੇ, ਇੰਨੀ ਬਦਬੂ ਉਸ ਕੂੜੇ ਤੋਂ ਆਉਂਦੀ ਹੈ। ਤੇ ਪਰ ਮੇਰੇ ਭਾਜੀ ਨੇ ਮੈਨੂੰ ਇਹ ਟਾਰਗੇਟ ਦਿੱਤਾ ਕਿ ਹਰਪ੍ਰੀਤ ਜਿਹਨੇ ਇੱਥੇ ਆ ਕੇ ਸੇਵਾ ਕਰ ਲਈ ਨਾ ਉਹਨੇ ਸਭ ਕੁਝ ਪਾ ਲਿਆ, ਇਕੱਲੇ ਨਾਮ ਲਈ ਨਹੀਂ, ਅਸੀਂ ਜ਼ਮੀਨੀ ਪੱਧਰ ਤੇ ਕਰਨੀ ਹੈ। ਅਸੀਂ ਇੱਥੇ ਆ ਕੇ ਪਹਿਲਾਂ ਉਹ ਬਿਲਕੁਲ ਕੂੜੇ ਦੇ ਲਾਗੇ ਪੜ੍ਹਾਉਂਦੇ ਸੀ, ਹੁਣ ਇੱਧਰ ਵੀ ਦੇਖਿਆ ਬਹੁਤ ਲੋੜਵੰਦ ਬੱਚੇ ਨੇ। ਅੱਜ 150 ਦੇ ਕਰੀਬ ਮੈਨੂੰ ਲੱਗਦਾ ਇੱਥੇ ਬੱਚੇ ਸਾਡੇ ਕੋਲ ਆ ਰਹੇ ਨੇ। ਇਹ ਕਰੋਨਾ ਤੋਂ ਬਾਅਦ ਸਾਡੀਆਂ ਕਲਾਸਾਂ ਲੇਟ ਸ਼ੁਰੂ ਹੋਈਆਂ, ਪਰ ਮਤਲਬ ਬੱਚਿਆਂ ਨੂੰ ਇੰਨੀ ਲੋੜ ਹੈ, ਕੋਈ ਵੀ ਇਹਨਾਂ 'ਚੋਂ ਸਕੂਲ ਨਹੀਂ ਜਾਂਦਾ। ਤੇ ਇਹਨਾਂ ਦੇ ਲਈ ਜੋ ਅਸੀਂ ਇਹਨਾਂ ਤੇ ਵਰਕ ਕੀਤਾ ਸੀ ਨਾ, ਜੇ ਸ਼ਾਇਦ ਸਾਡਾ ਇੰਟਰਵਿਊ। ਹਰਪ੍ਰੀਤ ਜੀ, ਇੱਕ ਚੀਜ਼ ਹੈ, ਵੈਸੇ ਸਰਕਾਰਾਂ ਬਹੁਤ ਕੁਝ ਕਹਿੰਦਾ ਕਿ ਅਸੀਂ ਐਜੂਕੇਸ਼ਨ ਲਈ ਆਹ ਕਰਤਾ ਵੇ ਕਰਤਾ, ਬੱਚਿਆਂ ਤੱਕ ਪੜ੍ਹਾਈਆਂ ਪਹੁੰਚ ਰਹੀਆਂ ਨੇ। ਆਪਣਾ ਪੰਜਾਬ ਤਾਂ ਕੀ ਕਹਿੰਦੇ ਹੁੰਦੇ, ਕੈਪਟਨ ਸਾਹਿਬ ਕਹਿੰਦੇ ਹੁੰਦੇ ਕਿ ਜਿਹੜਾ ਬੱਚਿਆਂ ਦੀ ਪੜ੍ਹਾਈ 'ਚ ਦੇਸ਼ 'ਚ ਪਹਿਲੇ ਨੰਬਰ ਤੇ ਹੈ। ਇਹ ਸਾਰੀਆਂ ਚੀਜ਼ਾਂ ਕਿਵੇਂ ਦੇਖਦੇ? ਮੈਂ ਇਸ ਚੀਜ਼ ਨੂੰ ਨਹੀਂ ਮੰਨਦੀ, ਕਿਉਂਕਿ ਮੈਂ ਜ਼ਮੀਨੀ ਪੱਧਰ ਤੇ ਪਿਛਲੇ 5 ਸਾਲ ਤੋਂ ਲੱਗੀ ਹੋਈ ਹਾਂ ਜੀ। ਤੇ 5 ਸਾਲ 'ਚ ਮੈਨੂੰ ਇੱਥੇ ਕਹਿੰਦੇ ਜੀ ਬਹੁਤ ਸਾਰੇ ਗਵਰਨਮੈਂਟ ਸਕੂਲ ਹੈ, ਤੇ ਇੱਥੇ ਤੁਸੀਂ ਸੱਚਾਈ ਹੈ ਜੀ, ਇੱਕੋ ਇੱਕ ਗਵਰਨਮੈਂਟ ਸਕੂਲ ਹੈ, ਉਹ ਵੀ ਬਿਲਕੁਲ ਤਾਜਪੁਰ ਰੋਡ ਦੇ ਸ਼ੁਰੂ 'ਚ। ਉਹ ਇੱਕ ਤਾਜਪੁਰ ਪਿੰਡ 'ਚ ਜਾ ਕੇ 6-7 ਕਿਲੋਮੀਟਰ 'ਚ ਕੋਈ ਗਵਰਨਮੈਂਟ ਸਕੂਲ ਨਹੀਂ ਹੈ, ਤੇ ਬੱਚਾ ਤਕਰੀਬਨ 1000 ਤਾਂ ਮੈਂ ਹੀ ਪੜ੍ਹਾ ਰਹੀ ਹਾਂ, ਹੋਰ ਕਿੰਨਾ ਹੋਏਗਾ। ਇੱਥੇ ਗਵਰਨਮੈਂਟ ਸਕੂਲ ਨਹੀਂ ਹੈ, ਬੱਚਿਆਂ ਨੂੰ ਕੋਈ ਪੜ੍ਹਾਈ ਨਹੀਂ ਹੈ, ਕੋਈ ਗਿਆਨ ਨਹੀਂ ਹੈ। ਵੈਸੇ ਇਹਨਾਂ 'ਚ ਕਾਫੀ ਤਲਬ ਹੋਊਗੀ ਨਾ ਪੜ੍ਹਨ ਦੀ ਕਿ ਅਸੀਂ ਵੀ ਪੜ੍ਹੀਏ, ਅਸੀਂ ਵੀ। ਉਹ ਤੁਸੀਂ ਇਹਨਾਂ ਦੇ ਮਾਤਾ ਪਿਤਾ ਤੋਂ ਪੁੱਛ ਸਕਦੇ ਹੋ, ਉਹ ਕਹਿੰਦੇ ਸਕੂਲੋਂ ਜਾਂ ਕਿਤੋਂ ਵੀ ਦੇਖਣਗੇ ਵੀ 4 ਵਜ ਗਏ, ਅਸੀਂ ਕਲਾਸ 'ਚ ਜਾਣਾ ਹੈ, ਸਾਨੂੰ ਉੱਥੇ ਵਿੱਦਿਆ ਮਿਲਦੀ ਹੈ, ਕੋਈ ਲਾਲਚ ਨਹੀਂ, ਕੁਛ ਨਹੀਂ। ਅਸੀਂ ਫਿਰ ਵੀ ਇਹਨਾਂ ਨੂੰ ਕੁਛ ਨਾ ਕੁਛ ਖਾਣ ਨੂੰ ਵੀਕਲੀ ਸੋਚਦੇ ਹਾਂ ਕਿ ਬੱਚਿਆਂ ਨੂੰ ਉਹ ਚੀਜ਼ਾਂ ਮਿਲਦੀਆਂ ਨਹੀਂ ਜੋ ਅਸੀਂ ਆਮ ਖਾਂਦੇ ਹਾਂ। ਸਾਡੇ ਝੁੱਗੀਆਂ ਵਾਲੇ ਬੱਚੇ ਤੁਹਾਨੂੰ ਮੈਂ ਮਿਲਾ ਵੀ ਸਕਦੀ ਹਾਂ, ਕੋਈ ਆਮ ਚੀਜ਼ ਅਸੀਂ ਇਹਨਾਂ ਨੂੰ ਫਿਲਮ ਦਿਖਾਉਣ ਵੀ ਲੈ ਕੇ ਗਏ, ਥੀਏਟਰ 'ਚ ਸੂਰਮਾ ਦਿਖਾਈ ਅਸੀਂ, ਬੱਚੇ ਟੀਵੀ ਦੇਖ ਕੇ हैंग ही हो गए, कहते मैडम इतना बड़ा टीवी, न्यूडल दिखाए तो कहन मैम इसको कैसे खाना है। ਜਿਹੜੀਆਂ ਸਾਡੇ ਲਈ ਆਮ ਚੀਜ਼ਾਂ ਇਹਨਾਂ ਲਈ ਬੜੀਆਂ ਖਾਸ ਨੇ। ਤੇ ਅਸੀਂ ਐਡਾ ਵੱਡਾ ਗੈਪ ਬਣਾਇਆ ਹੋਇਆ, ਇਹਨਾਂ ਬੱਚਿਆਂ ਨੂੰ ਅਸੀਂ ਕੁਝ ਹੋਰ ਹੀ ਸਮਝਦੇ ਹਾਂ, ਆਪਣੇ ਆਪ ਨੂੰ ਇਨਸਾਨ ਨਹੀਂ। ਇੱਕ ਮੈਂ ਗੱਲ ਕਵਾਂਗੀ ਇੱਥੇ, ਇੱਕ ਵਾਰੀ ਨਾ ਛੋਟੇ ਸਾਹਿਬਜ਼ਾਦੇ ਦੇ ਦਿਨ ਸੀਗੇ, ਮੈਂ ਬੱਚਿਆਂ ਨੂੰ ਕਿਹਾ ਬੱਚਿਓ ਤੁਹਾਨੂੰ ਪਤਾ ਧਰਮ ਕਿੰਨੇ ਤਰ੍ਹਾਂ ਦੇ ਹੁੰਦੇ। ਇੱਕ ਕੁੜੀ ਕਹਿੰਦੀ मैम इतना तो पता नहीं, इतना पता है कि हम भी इंसान है पर हमें कोई इंसान समझता नहीं है। ਕਹਿੰਦੀ ਦੂਸਰੇ ਲੋਕ ਹਮੇ ਇਨਸਾਨ ਨਹੀਂ ਸਮਝਦੇ, ਹਮੇ ਦੁਤਕਾਰਤੇ हैं। ਤੇ ਆ ਜਦੋਂ ਮੈਂ ਥੀਏਟਰ ਲੈ ਗਈ ਨਾ ਬੱਚਿਆਂ ਨੂੰ, ਬੱਚੇ ਕਹਿਣ मैम आप तो भगवान बन के आए हो, मैम इस सिनेमा हॉल के तो हमें बाहर भी नहीं खड़ने देते थे, आपने हमें कुर्सियों पे बिठा दिया। मतलब मैं वो गैप खत्म करना चाਹੁੰਦੀ ਹਾਂ। ਮੈਂ ਚਾਹੁੰਦੀ ਹਾਂ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਐਨਵਰਸਰੀ ਲੋਕ ਆਉਂਦੇ ਨੇ ਸਾਡੇ ਕੋਲ, ਹੁਣ ਆ ਕੇ ਆਪਣੇ ਬੱਚਿਆਂ ਨੂੰ ਵਿਖਾਉਂਦੇ ਨੇ ਕਿ ਆ ਵੀ ਬੱਚੇ ਨੇ, ਤੁਹਾਡੀਆਂ ਅਸੀਂ ਲੋੜਾਂ ਪੂਰੀਆਂ ਕਰ ਰਹੇ ਹਾਂ ਨਾ, ਤੁਹਾਨੂੰ ਤਾਂ ਅਸੀਂ ਆਲੀਸ਼ਾਨ ਹੋਟਲਾਂ 'ਚ ਲੈ ਕੇ ਜਾਂਦੇ ਹਾਂ। ਇਹ ਉਹੀ ਬੱਚੇ ਨੇ ਜਿਨ੍ਹਾਂ ਨੂੰ ਨੂਡਲਸ ਦਾ ਨਹੀਂ ਪਤਾ, ਜਿਨ੍ਹਾਂ ਨੂੰ ਬ੍ਰੈਡ ਵੀ ਕਦੀ ਕਦੀ ਮਿਲਦੀ ਹੈ। ਇੱਕ ਵਾਰੀ ਅਸੀਂ ਰਾਸ਼ਨ ਵੰਡਿਆ, ਆਟੇ ਦੀਆਂ ਥੈਲੀਆਂ, ਇੱਕ ਹੈਂਡੀਕੈਪ ਬੱਚਾ ਮੇਰੇ ਕੋਲ ਭੱਜ ਕੇ ਆਇਆ ਅਗਲੇ ਦਿਨ, ਉਹਨੇ ਮੈਨੂੰ ਇੰਨਾ ਥੈਂਕ ਯੂ ਕੀਤਾ, ਬੜਾ ਐਕਟਿਵ ਬੱਚਾ ਸਾਡਾ ਝੁੱਗੀਆਂ 'ਚ, ਕਹਿੰਦਾ मैम थैंक यू, बड़ा भज के। मैं क्या थैंक यू किस बात का? कहता मैडम आप कल आपने ना 5 किलो आटा बांटा ना, उसका थैंक यू। मैं क्या फिर क्या हो गया, रोटी तो आप रोज़ खाते हो। कहता नहीं मैम कल हमने रज के खाना खाया। कहता हम लोग ना 6-7 भाई बहन हैं, हमें 1-2 रोटी मिलती है हमें रोज़, कल हमने रज के खाया, उसके लिए बहुत। बिल्कुल इतराज़ दी है। बच्चे की बनेगा बड़ा होके? सर आर्मी। फौज च भर्ती होना है? यस सर। क्या करोगे फौज में जाके? सर दुश्मन को मारेंगे। दुश्मन को मारेंगे, बिल्कुल। सो ਇਹ ਨੇ ਜਿਹੜੇ ਦੇਸ਼ ਦੇ ਵਿੱਚ ਦੇਖੋ ਉਹਨਾਂ ਤੱਕ ਐਜੂਕੇਸ਼ਨ ਨਹੀਂ ਮਿਲ ਰਹੀ, ਉਸ ਦੇਸ਼ ਦੀ ਖਾਤਰ ਮਰ ਮਿਟਣ ਦੀ ਭਾਵਨਾ। हाँ, ये बच्चे मेरे को आने मैम मैं फौजी बनूंगा, मैम मैं ये करूँगा, मैडम मैं किन्नियां ही कुड़ियाँ मेरे को कहणगियां मैडम कि मैं ना बड़ी होके टीचर बनूंगी और आपकी तरह हमें विद्या बड़ी मुश्किल से मिल रही है ना। बिल्कुल। ਤੁਸੀਂ ਬੱਚੇ ਕੀ ਬਣੋਗੇ? मैं भी पढ़ लिख कर इन मेरे जैसे बच्चे को मैं भी पढ़ाऊंगी, विद्या दूंगी। अच्छा, जब स्कूल नहीं जा पा रहे थे इससे पहले तो मन में था कि हाँ मैं भी पढ़ूंगी, मुझे मौका मिले? हाँ, मन में तो था, जोश थी एक पढ़ने की, पर पैसे के कारण हम नहीं पढ़ पा रहे थे इसे। अब कैसे लगता है जब इनके पास आए? बहुत अच्छा लगता है। दीदी क्या कुछ कराते हैं? विद्या देती है और हमें डिसिप्लिन सिखाती हैं और आदर करना सिखाती हैं। और बहुत बढ़िया, बहुत देखो ਉਹਦੇ ਕੋਲ ਸ਼ਬਦ ਖਤਮ ਹੋ ਗਏ ਵੀ ਇੰਨਾ ਜਜ਼ਬਾਤ।
ਬੱਚੇ ਬਹੁਤ ਪਿਆਰ ਕਰਦੇ ਨੇ। ਸਾਨੂੰ ਲੋੜ ਹੈ ਸਾਰਿਆਂ ਨੂੰ ਆ ਕੇ ਆਪਣਾ ਸਮੇਂ ਦਾ ਦਸਵੰਧ ਕੱਢ ਕੇ ਆਪਾਂ ਇਹੋ ਜਿਹੇ ਇਲਾਕਿਆਂ 'ਚ ਜਾ ਕੇ ਪੜਾਇਆ ਕਰੀਏ। ਸਰਕਾਰਾਂ ਨੇ ਪਤਾ ਨਹੀਂ ਆਪਣੇ ਕੰਮ ਕਦੋਂ ਕਰਨੇ, ਇਹਨਾਂ ਨੇ ਵੱਡੇ ਹੋ ਜਾਣਾ, ਇਹਨਾਂ ਦਾ ਵੀ ਆਉਣ ਵਾਲਾ ਫਿਊਚਰ ਖਰਾਬ ਹੋ ਜਾਣਾ ਹੈ। ਮੈਂ ਸਰਕਾਰ ਤਾਂ ਕਹਿੰਦੀ ਸੀ ਅੱਛੇ ਦਿਨ ਆने ਵਾਲੇ ਆ, ਤਸਵੀਰਾਂ ਹਾਂ ਅੱਛੇ ਦਿਨ ਹੈਗੇ ਬਹੁਤ ਸਾਰੇ ਆ ਸਾਰਿਆਂ ਦੇ ਅੱਛੇ ਦਿਨ ਨੇ। ਅਸੀਂ ਨਹੀਂ ਵੇਖਾਂਗੇ 4-5 ਸਾਲ, ਇਹ ਆਉਣ ਵਾਲਾ ਉਹ ਬੱਚੇ ਹੈ। ਮੈਂ ਝੁੱਗੀਆਂ 'ਚ ਤਾਂ ਜਾਂਦੀ ਹਾਂ ਕਿ ਇਹ ਮਾੜੇ ਕਰਮ ਛੱਡ ਸਕਣ। ਮੈਂ ਪਿੰਡਾਂ 'ਚ ਤਾਂ ਜਾਂਦੀ ਹਾਂ ਕਿ ਉਹਨਾਂ ਦੇ ਮਾਤਾ ਪਿਤਾ ਭਰਾ ਨਸ਼ੇ ਕਰਨ ਲੱਗ ਗਏ, ਇਹ ਤਾਂ ਚੰਗੀ ਰੋਟੀ ਕਮਾ ਖਾ ਸਕਣ। ਇਹਨਾਂ 'ਚ ਇੰਨਾ ਹੀ ਵਿਲ ਪਾਵਰ ਹੋਵੇ। ਹੁਣ ਇੱਕ ਝੁੱਗੀਆਂ ਵਾਲਾ ਬੱਚਾ ਮੈਨੂੰ ਕਹਿੰਦਾ मैम पहले तो लगता था झुग्गियों में जिए हैं, झुग्गियों में मर जाएंगे, अब लगता है हम भी ईंटों के घर बना सकते हैं, हम भी आपकी तरह बढ़िया जी सकते हैं, हम भी कुछ बन सकते हैं। ਸੁਪਨੇ ਵਿਖਾਉਂਦੀ ਹਾਂ ਮੈਂ ਤੇ ਮੈਨੂੰ ਸੁਪਨਿਆਂ ਦੀ ਫੈਕਟਰੀ ਵੀ ਕਿਹਾ ਜਾਂਦਾ। ਨਹੀਂ ਬਹੁਤ ਵਧੀਆ ਸੁਪਨੇ ਦਿਖਾਉਂਦੇ ਹੋ ਤੁਸੀਂ। ਬੱਚੇ ਕੀ ਨਾਮ ਹੈ ਤੁਹਾਡਾ? मैम सर बबीतारा क्या सुनाओगे आप हमें? पोयम हाँ बोलो, ऐसे बैठ के पलटन आई पलटन नानी के घर पलटन आई, सबने अपनी पसंद बताई, नानी ने दूध मलाई मीठी मीठी घी पकाई, नानी बन बैठी हलवाई। नानी हलवाई बन गई है। बच्चे तुम्हारा नाम क्या है? निहारिका। आप क्या सुनाओगे? मैं सुनाऊंगी। चलो आप ABC लिखो, अभी आपको पढ़ने की जरूरत है। ਤੂੰ ਵੀ ਸ਼ੇਰਾ ਊੜਾ ਲਿਖ ਰਿਹਾ, ਦੇਖ ਕਿੰਨਾ ਸੋਹਣਾ ਲਿਖਿਆ। ਸਾਡੇ ਜਵਾਕ ਅੱਜ ਕੱਲ੍ਹ ਸ਼ਾਇਦ ਨਾ ਲਿਖ ਪਾਉਣ, ਉਹ ਇੰਗਲਿਸ਼ ਸੋਹਣੀ ਲਿਖ ਲੈਣਗੇ, ਪਰ ਆ ਦੇਖੋ ਊੜਾ ਐੜਾ ਈੜੀ ਕਿਹਨਾਂ ਨੇ ਸਿਖਾਇਆ ਬੱਚੇ ਸਾਰਾ? मैम हम क्लास में पढ़ते थे ना, यहाँ पे भी जब लग गई थी, यहाँ पे हमको यही मैं सुनाते थे, यहीं पे पढ़ाते थे, इसलिए ये सब आता है। सारा आता है। क्या सुनाओगे? मैं पोयम सुनाऊंगा। सुनाओ। घुटनों पर रिंगते रिंगते कब पैरों पे खड़ा हुआ, तेरी ममता की छाँव में जाने कब हुआ हुआ। घुटनों पर रिंगते रिंगते कब पैरों पे खड़ा हुआ, तेरी ममता की छाँव में जाने कब बड़ा हुआ। ਅੱਛਾ ਮੰਮੀ ਕੇ ਲਈ ਗਾ ਰਹੇ ਹੋ, ਬਹੁਤ बढ़िया। ਗਗਨਦੀਪ ਕੌਰ। ਗਗਨ ਤੁਸੀਂ ਇੱਥੇ ਆਉਂਦੇ ਹੋ 2 ਘੰਟੇ ਪੜਾਉਂਦੇ ਹੋ, ਆ ਪੂਰੀ ਸੰਸਥਾ ਨਾਲ ਜੁੜੇ ਹੋ, ਤੁਹਾਡੇ ਚਿਹਰੇ ਤੇ ਵੀ ਇੱਕ ਬੜਾ ਸਕੂਨ ਹੈ, ਖੁਸ਼ੀ ਹੈਗੀ। ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਆਪਣੀ ਡੇਲੀ ਦੀ ਲਾਈਫ, ਆਪਣੇ ਡੇਲੀ ਦੇ ਝੰਜਟ, ਕਿਉਂਕਿ ਇੱਕ ਯੂਥ ਹੋਣ ਦੇ ਨਾਤੇ ਮੈਂ ਵੀ ਇੱਕ ਜਵਾਨ ਧੀ ਹਾਂ ਕਿਸੇ ਮਾਂ-ਬਾਪ ਦੀ, ਪਰ ਐਦਾਂ ਦੇ ਏਰੀਆਜ਼ 'ਚ ਆਉਣ ਤੋਂ ਕਿਉਂਕਿ ਨਾ ਐਦਾਂ ਹੈਗਾ ਕਿ ਇੱਥੇ ਪੂਰਾ ਲੁਧਿਆਣੇ ਦਾ ਕੂੜਾ ਆਉਂਦਾ ਹੈ, ਸਾਹਮਣੇ ਤੁਸੀਂ ਦੇਖ ਰਹੇ ਹੋ ਫੈਕਟਰੀਜ਼ ਹੈਗੀਆਂ ਨੇ, ਤੇ ਕਈ ਮਾਂ-ਬਾਪ ਝਿਜਕਦੇ ਨੇ, ਪਰ ਮੈਂ ਬਹੁਤ ਹੀ ਪ੍ਰਾਊਡ ਡਾਟਰ ਹਾਂ ਕਿ ਮੇਰੇ ਪੇਰੈਂਟਸ ਮੈਨੂੰ ਅਲਾਓ ਕਰਦੇ ਨੇ ਇੱਥੇ ਆਉਣਾ, ਇਹ ਸੇਵਾ ਕਰਨਾ, ਤੇ ਥੈਂਕਸ ਟੂ ਮਾਈ ਪੇਰੈਂਟਸ ਤੇ ਥੈਂਕਸ ਟੂ ਹਰਪ੍ਰੀਤ ਦੀ ਕਿ ਜਿਨ੍ਹਾਂ ਦੀ ਸਿੱਖਿਆ ਸਦਕਾ ਮੈਂ ਇੱਥੇ ਪੜ੍ਹਾ ਰਹੀ ਹਾਂ, ਤੇ ਬਹੁਤ ਸਕੂਨ ਮਿਲਦਾ ਹੈ। ਕੋਜ਼ ਕਈ ਵਾਰ ਪੇਰੈਂਟਸ ਆ ਕੇ ਸਾਨੂੰ, ਕੱਲ੍ਹ ਦੀ ਪਰਸੋਂ ਦੀ ਗੱਲ ਹੈ, ਪੇਰੈਂਟਸ ਆ ਕੇ ਕਹਿੰਦੇ ਕਿ ਮੈਮ ਸਾਡੇ ਬੱਚਿਆਂ 'ਚ ਕਾਫੀ ਫਰਕ ਹੈਗਾ। ਜਦੋਂ ਅਸੀਂ ਬੱਚੇ ਪਹਿਲੇ ਸਕੂਲ ਦੇ ਵਿੱਚ ਸਾਡੇ ਬੱਚੇ ਸੀ, ਪਰ ਸਕੂਲ ਦੇ ਵਿੱਚ ਅਸੀਂ ਟਿਊਸ਼ਨ ਭੇਜਦੇ ਸੀ ਤੇ ਉਹ ਜਾਂਦੇ ਨਹੀਂ ਸੀ, ਹੁਣ ਸਾਡੇ ਬੱਚੇ ਇੱਕ ਉਤਸ਼ਾਹ ਨਾਲ ਤਿਆਰ ਹੁੰਦੇ ਨੇ, ਜਾਂਦੇ ਨੇ, ਕਹਿੰਦੇ ਨੇ ਕਿ ਸਾਨੂੰ ਇੱਥੇ ਸਿੱਖਿਆ ਮਿਲਦੀ ਹੈ, ਕਿਉਂਕਿ ਸਕੂਲਾਂ ਦੇ ਵਿੱਚ ਪੜ੍ਹਾਈ ਕਰਾਉਂਦੇ ਨੇ, ਭੇਜ ਦਿੰਦੇ ਨੇ, ਪਰ ਅਸੀਂ ਪੜ੍ਹਾਈ ਦੇ ਨਾਲ ਨਾਲ ਇੱਕ ਚੰਗਾ ਇਨਸਾਨ ਬਣਨਾ ਸਿਖਾਉਂਦੇ ਹਾਂ। ਕੋਜ਼ ਸਾਨੂੰ ਚੰਗਾ ਇਨਸਾਨ ਬਣਾਉਣ ਦੇ ਪਿੱਛੇ ਭੈਣ ਹਰਪ੍ਰੀਤ ਕੌਰ ਪ੍ਰੀਤ ਜੀ ਦਾ ਹੱਥ ਹੈ, ਸੋ ਉਹੀ ਸਿੱਖਿਆ ਅਸੀਂ ਅੱਗੇ ਵੰਡ ਰਹੇ ਹਾਂ। ਅੱਛਾ ਮੈਮ, ਜਿਹੜੇ ਲੋਕ ਦੇਖ ਰਹੇ ਹੋਣਗੇ ਕਾਫੀ, ਕਿਉਂਕਿ ਯੂਥ ਵੀ ਅੱਜ ਦਾ ਇਹੋ ਜਿਹਾ ਹੈ ਵੀ ਕਾਫੀ ਕੁਝ ਕਰਨਾ ਚਾਹੁੰਦਾ ਹੁੰਦਾ ਸੀ। ਜਦੋਂ ਸਿੰਘੂ ਬਾਰਡਰ ਤੇ ਗਏ ਉੱਥੇ ਵੀ ਯੂਥ ਸੀਗਾ, ਉਹਨਾਂ ਨੇ ਵੀ ਬੱਚਿਆਂ ਨੂੰ ਪੜ੍ਹਾਇਆ, ਤੇ ਇੱਥੇ ਵੀ ਤੁਸੀਂ ਪੜ੍ਹਾ ਰਹੇ ਹੋ। ਕੀ ਖਾਬ ਕੀ ਨੇ ਤੁਹਾਡੇ ਇਹਨਾਂ ਨਾਲ ਲੈ ਕੇ? ਮੇਰਾ ਜੀ ਕਰਦਾ ਹੈ ਕਿ ਇਹ ਸਾਰੇ ਹੀ ਬੱਚੇ ਜੋ ਬਣਨਾ ਚਾਹੁੰਦੇ ਨੇ, ਇਹ ਇਸ ਹਾਲਾਤ 'ਚ ਤਾਂ ਨਾ ਰਹਿਣ, ਇਹਨਾਂ ਦਾ ਆਉਣ ਵਾਲਾ ਭਵਿੱਖ ਬਦਲ ਸਕੇ, ਇਹ ਚੰਗੀ ਰੋਟੀ ਕਮਾ ਖਾ ਸਕਣ, ਆਪਣੇ ਪੈਰਾਂ 'ਤੇ ਸਟੈਂਡ ਹੋ ਸਕਣ, ਤੇ ਇਹਨਾਂ 'ਚੋਂ ਬੜੇ ਸਾਰੇ ਬੱਚੇ, ਕੋਈ DC ਕੋਈ IAS ਆਫੀਸਰ ਦੇ ਸੁਪਨੇ ਲੈ ਕੇ ਬੈਠਾ ਹੈ, ਤੇ ਉਹ ਪੂਰੇ ਹੋਣ ਬਹੁਤ ਜਲਦੀ। ਬਹੁਤ ਸਾਰੀਆਂ ਬੱਚੀਆਂ ਸਾਡੇ ਨਾਲ ਅੱਜ ਇੱਥੇ ਕਲਾਸ 'ਚ ਨਹੀਂ ਹੈ, ਉਹਨਾਂ ਨੇ 650 ਚੋਂ 645 ਨੰਬਰ ਲਏ 10th 'ਚ। ਉਸ ਲੜਕੀ ਨੇ, ਉਹ ਕਹਿੰਦੀ ਮੈਂ DC ਬਣਨਾ ਹੈ। ਤੁਹਾਡੇ ਕੋਲ ਪੜ੍ਹਦੇ ਸੀ? ਹਾਂਜੀ, ਮੇਰੇ ਕੋਲ 5 ਸਾਲ ਤੋਂ। ਹਾਂਜੀ 5 ਸਾਲ ਤੋਂ ਬੜੀਆਂ ਕੁੜੀਆਂ ਦੀ ਫੀਸਾਂ ਸਕੂਲ ਦੀਆਂ ਦਵਾ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਲੜਕੀ ਕਾਲਜ ਦੀ ਹਰ ਤਰ੍ਹਾਂ ਦਾ ਸੁਪਨਾ ਪੂਰਾ ਕਰ ਸਕੇ, ਜੋ ਬਣਨਾ ਚਾਹੁੰਦੀ ਉਹ ਬਣ ਸਕੇ। ਬਣਨਾ ਚਾਹੁੰਦੀ। ਸਾਡੇ ਨਾਲ ਪੇਰੈਂਟਸ ਵੀ ਨੇ ਕੁਝ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਾਨੂੰ ਬਹੁਤ ਵਧੀਆ ਲੱਗਦਾ ਜੀ ਮੈਡਮ ਇੱਥੇ ਆ ਕੇ ਗਰੀਬ ਬੱਚਿਆਂ ਨੂੰ ਪੜ੍ਹਾਉਂਦੇ ਹੈਗੇ ਆ। ਇਹ ਬੱਚੇ ਇੱਦਾਂ ਦੇ ਹੈਗੇ, ਇਹਨਾਂ ਨੂੰ ਕੋਈ ਉਹ ਨਹੀਂ ਹੈਗੀ ਅਥਾਰਟੀ ਕਿ ਬਣਨ, ਜਿੰਨੇ ਵੀ ਹੈਗੇ ਆ ਕਿ ਇਹ ਕਿ ਮੈਡਮ ਆਉਂਦੇ ਆ 4 ਵਜੇ ਤੋਂ ਕਲਾਸ, ਆਪਣੇ ਆਪ ਹੀ ਬੱਚੇ ਸਾਡੇ ਘਰਾਂ ਤੋਂ ਭੱਜ ਆਉਂਦੇ ਆ
ਕਿ ਇੱਥੇ ਮੈਡਮ ਜਾ ਰਹੇ, ਮੈਡਮ ਸਿਖਾਉਂਗੇ ਸਾਨੂੰ ਕੁਝ ਨਾ ਕੁਝ ਪੜ੍ਹਾਉਂਦੇ ਹੈਗੇ ਆ ਇੱਥੇ। ਐਂ ਵੀ ਦਰਦ ਹੁੰਦਾ ਹੋਣਾ ਕਿ ਯਾਰ ਜਿਨ੍ਹਾਂ ਨੂੰ ਵੋਟਾਂ ਦਿੰਦੇ ਆ ਉਹ ਤਾਂ 5 ਸਾਲਾਂ ਬਾਅਦ ਦੇਖੀ। ਉਹ ਤਾਂ ਸਰ ਜੀ ਬਸ ਉਹਨਾਂ ਨੇ ਮਤਲਬ ਹੁੰਦਾ ਜੀ ਜਦ ਵੋਟ ਲੈ ਲਈ ਤੇ ਉਸ ਤੋਂ ਬਾਅਦ ਕੋਈ ਕੰਮ ਨਹੀਂ ਕਰਨਾ। ਇੱਥੇ ਵੱਡੀਆਂ ਵੱਡੀਆਂ ਕਹਿ ਕੇ ਚਲੇ ਜਾਂਦੇ ਆ ਕਿ ਨਹੀਂ ਇੱਦਾਂ ਕਰਾਂਗੇ ਅਸੀਂ ਉੱਦਾਂ ਕਰਾਂਗੇ, ਕੁਝ ਨਹੀਂ ਹੈਗਾ। ਮਗਰ ਮੈਡਮ ਸਾਡੇ ਲਈ ਰੱਬ ਦਾ ਰੂਪ ਆਏ ਆ ਇੱਥੇ, ਜਿਹੜੇ ਬੱਚਿਆਂ ਨੂੰ ਪਹਿਲਾਂ ਵੀ ਪੜ੍ਹਾ ਰਹੇ ਸੀ, ਪਿਛਲੇ ਕਬਾੜ 'ਚ ਜਾ ਕੇ ਪੜ੍ਹਾਉਂਦੇ ਸੀਗੇ, ਹੁਣ ਵੀ ਬਹੁਤ ਵਧੀਆ। ਬਿਲਕੁਲ ਹਰਪ੍ਰੀਤ ਜੀ, ਆਖਰੀ ਤੁਹਾਡੇ ਕੋਲੇ। ਹਾਂਜੀ ਬਾਬਿਓ, ਕਿੱਥੋਂ ਤੁਸੀਂ? ਇੱਥੋਂ ਲੱਗੇ? ਇੱਥੇ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਲੱਗ ਰਿਹਾ ਫਿਰ? ਤੁਹਾਡੇ ਬੱਚੇ ਵੀ ਆਉਂਦੇ ਨੇ? ਹਾਂਜੀ ਜੀ, ਬਹੁਤ ਆਉਂਦੇ, ਲੇਕਿਨ ਬਹੁਤ ਵਧੀਆ, ਸਭ ਤੋਂ ਵੱਡੀ ਸੇਵਾ ਜੀ ਇਹ ਬੱਚਿਆਂ ਦੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ, ਮੈਡਮ ਦਾ। ਬਹੁਤ ਮੈਡਮ ਨੇ ਜੋ ਬਹੁਤ ਵਧੀਆ ਸੇਵਾ, ਬੱਚਿਆਂ ਦਾ ਭਵਿੱਖ ਅੱਗੇ ਇਹਨਾਂ ਨੇ ਸੁਪਨੇ ਸਜਾਏ ਨੇ, ਤੇ ਗੁਰੂ ਸਾਹਿਬ ਕਿਰਪਾ ਵੀ ਕਰਨਗੇ ਜੀ, ਇਹਨਾਂ ਦੀ ਮਿਹਨਤ ਨੂੰ ਫਲ ਲੱਗੇਗਾ। ਬੱਚੇ ਬਹੁਤ ਵਧੀਆ ਤਰੱਕੀਆਂ 'ਚ ਜਾਣਗੇ ਵੀ ਜੀ। ਬਿਲਕੁਲ ਬਿਲਕੁਲ। ਅੱਛਾ ਮੈਮ, ਤੁਹਾਡਾ ਨੈਕਸਟ ਟਾਰਗੇਟ ਕੀ ਹੈ? ਕਿਉਂਕਿ ਹੁਣ ਤਾਂ ਚਲੋ 1200-1300 ਬੱਚਾ ਪੜਾਉਣਾ ਵੀ ਬਹੁਤ ਵੱਡਾ ਟਾਰਗੇਟ ਅਚੀਵ ਕਰਨਾ ਹੁੰਦਾ। ਅੱਗੇ ਦਾ ਕੀ ਤੁਹਾਡਾ ਪਲਾਨ ਹੈ? ਇਹਨਾਂ ਨੂੰ ਲੈ ਕੇ ਹੀ ਸੁਪਨੇ ਨੇ, ਸਾਰੇ ਜੁੜੇ ਹੋਏ ਨੇ। ਹੁਣ ਅਗਲੀ ਆਉਣ ਵਾਲੀ 7 ਨਵੰਬਰ ਨੂੰ ਅਸੀਂ ਬੜਾ ਵੱਡਾ ਇੱਕ ਪ੍ਰੋਗਰਾਮ ਕਰਨ ਜਾ ਰਹੇ ਹਾਂ, ਜਿਹੜਾ ਕਿ ਅਸੀਂ ਕਰੋਨਾ ਤੋਂ ਪਹਿਲਾਂ ਵੀ ਆਰਗੇਨਾਈਜ਼ ਕਰਤਾ ਸੀ, ਡੇਟ ਰੱਖਤੀ ਸੀ, ਪਰ ਉਹ ਹੋ ਨਹੀਂ ਸਕਿਆ। ਅਸੀਂ ਆਪਣੀਆਂ ਸਾਰੀਆਂ ਕਲਾਸਾਂ ਦੇ ਬੱਚਿਆਂ ਦੇ ਕੰਪੀਟੀਸ਼ਨ ਕਰਾਉਣ ਲੱਗੇ ਹਾਂ। ਅਸੀਂ ਸਾਲ ਬਾਅਦ ਕਰਾਉਂਦੇ ਸੀ ਪਹਿਲਾਂ ਛੋਟਾ, ਐਤਕੀ ਬਹੁਤ ਵੱਡਾ ਹੈ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਇਸ ਸਮਾਗਮ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਵੀ ਪਹੁੰਚਣ, ਤਾਂ ਕਿ ਅਸੀਂ ਜਿਹੜੇ ਬੱਚਿਆਂ ਦੀ ਇਹਨਾਂ ਦੀਆਂ ਡਰਾਇੰਗਸ ਦਿਖਾਵਾਂਗੇ, ਇਹਨਾਂ ਬੱਚਿਆਂ ਦੇ ਭਾਸ਼ਣ ਪ੍ਰਤੀਯੋਗਤਾਵਾਂ ਕਰਾਵਾਂਗੇ, ਇਹਨਾਂ ਦੀ ਕੁਇਜ਼ ਹੋਏਗੀ, ਸਵਾਲ ਜਵਾਬ ਹੋਣਗੇ, ਜੀਕੇ, ਮਤਲਬ ਤੁਸੀਂ ਉਹ ਪ੍ਰੋਗਰਾਮ ਵੀ ਸਾਡਾ ਵੇਖਣ ਵਾਲਾ ਹੋਏਗਾ। ਨਾਲ ਸ਼ਿਕਾਇਤ ਵੀ ਲਾਉਂਗੇ ਮੁੱਖ ਮੰਤਰੀ ਸਾਹਿਬ ਨੂੰ ਕਿ ਇਹਨਾਂ ਲਈ ਕੁਝ ਕਰੋ? ਹਾਂ, ਉਹਨਾਂ ਨੂੰ ਇਹ ਰਿਕੁਐਸਟ ਤਾਂ ਕਰੂਗੀ, ਚਲੋ ਤੁਹਾਨੂੰ ਹੁਣ ਮੌਕਾ ਮਿਲਿਆ, ਤੁਸੀਂ ਜ਼ਰੂਰ ਇਹਨਾਂ ਦੀ ਵਿੱਦਿਆ ਲਈ ਕੋਈ ਵਧੀਆ ਜਿਹਾ ਸਾਧਨ ਬਣਾਓ। ਅਸੀਂ ਤਾਂ ਸਾਡੇ ਕੋਲ ਤਾਂ ਇਹਨਾਂ ਲਈ ਛੱਤ ਵੀ ਨਹੀਂ ਹੈ। ਮੇਰਾ ਜੀ ਕਰਦਾ ਵੀ ਚਲੋ ਮੇਰੇ ਕੋਲ ਛੋਟੀ ਜੀ ਵੀ ਛੱਤ ਹੋਵੇ, ਸਾਡਾ ਬਰਸਾਤਾਂ ਧੁੱਪ 'ਚ ਸਾਡੀਆਂ ਕਲਾਸਾਂ ਨਹੀਂ ਲੱਗਦੀਆਂ। ਜੋ ਮੈਂ ਇਹਨਾਂ ਨੂੰ ਕਰਾਉਣਾ ਚਾਹੁੰਦੀ ਹਾਂ, ਜੋ ਮੈਂ ਬਣਾਉਣਾ ਚਾਹੁੰਦੀ ਹਾਂ, ਉਹ 2 ਘੰਟੇ 'ਚ ਤਾਂ ਹੀ ਇੰਨੇ ਸਾਲ ਲੱਗ ਗਏ। ਨਹੀਂ ਤੇ ਅੱਜ ਇਹ ਕਿਤੇ ਨਾ ਕਿਤੇ ਇਹਨਾਂ ਤੋਂ ਵੱਡੇ ਬੱਚੇ ਜਿਹੜੇ ਆ, ਉਹ ਮੈਂ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਨੂੰ ਵਧੀਆ ਪੋਸਟ ਤੇ ਪਹੁੰਚਾ ਚੁੱਕੀ ਹੁੰਦੀ। ਬਹੁਤ ਬਹੁਤ ਧੰਨਵਾਦ। ਸੋ ਇਹ ਤਸਵੀਰਾਂ ਨੇ, ਰੂਹ ਨੂੰ ਖੁਸ਼ ਕਰਦੀਆਂ ਤਸਵੀਰਾਂ ਨੇ। ਬੇਸ਼ੱਕ ਐਜੂਕੇਸ਼ਨ ਦਾ ਹਾਲ ਤੁਸੀਂ ਜ਼ਮੀਨੀ ਪੱਧਰ ਤੇ ਸਮਝ ਲਿਆ ਹੋਵੇਗਾ ਨਾ ਤਸਵੀਰਾਂ ਤੋਂ, ਪਰ ਐਜੂਕੇਸ਼ਨ ਨੂੰ ਬਚਾਉਣ ਵਾਲੇ ਤੇ ਵਿੱਦਿਆ ਦੀ ਰੋਸ਼ਨੀ ਇਹਨਾਂ ਬੱਚਿਆਂ ਤੱਕ ਪਹੁੰਚਾਉਣ ਵਾਲੇ ਲੋਕ ਵੀ ਜ਼ਿੰਦਾ ਨੇ।